ਹੈਲੋ। ਹਾਂਜੀ ਬੋਲੋ ਜੀ। ਹਾਂਜੀ ਹਾਂਜੀ ਬਾਬੂ, ਉਹ ਮਾਫੀ ਚਾਹੁੰਦੇ ਜੇ ਕਿ ਕੱਟਿਆ ਗਿਆ ਫੋਨ। ਉਹ ਮੈਂ ਵੀ ਇਧਰੋਂ ਜੋੜਨ ਲੱਗੇ ਮੈਥੋਂ ਕੱਟਿਆ ਗਿਆ ਮੇਰਾ ਖਿਆਲ। ਠੀਕ ਹੈ ਜੀ। ਹਾਂਜੀ ਚਲੋ। ਹਾਂਜੀ ਭਾਈ ਸਰ, ਇੱਕ ਤਾਂ ਜਿਹੜਾ ਸੀਗਾ, ਚਲੋ ਮੈਂ ਦੇਖਿਆ ਰਾਤੀ ਜਦੋਂ ਹਵਾ ਵਗ ਰਹੀ ਸੀ ਤੇ ਬੜੇ ਮੰਦਲੇ ਹਾਲ ਨੇ, ਤੇ ਮਹਾਰਾਜ ਸਾਹਿਬ ਜੀ ਚਲੋ ਕਿਰਪਾ ਕਰਨ ਤੇ ਤੁਹਾਨੂੰ ਬਲ ਬਖਸ਼ਣ ਉੱਥੇ ਬੈਠਣ ਦਾ। ਤੇ ਬਾਪੂ ਜੀ ਮੇਰਾ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਵੀ ਆਪਣੇ ਕਿੰਨੇ ਬੰਦੇ ਜਿਹੜੇ ਉਹ ਐਕਚੁਅਲ 'ਚ ਸ਼ਹੀਦ ਹੋ ਚੁੱਕੇ ਇੱਥੇ ਮੋਰਚੇ ਦੇ ਵਿੱਚ? ਪੱਕੀ ਗਿਣਤੀ ਤਾਂ ਨਹੀਂ ਮੇਰੇ ਕੋਲ ਹੈਗੀ, 400 ਦੇ ਲਗਭਗ ਬਾਕੀ। 400 ਦੇ ਲਾਗੇ ਭਾਗੇ, ਵਾਹਿਗੁਰੂ ਵਾਹਿਗੁਰੂ। ਹਾਂ 400 ਤੋਂ ਥੱਲੇ ਹੋ ਸਕਦੀ ਹੈ, ਮਤਲਬ 400 ਤੋਂ ਥੱਲੇ ਹੈ ਜੀ ਪਰ। ਜੀ ਜੀ ਜੀ, ਦੇਖੋ ਕਿੰਨੇ ਵੱਡੇ ਜਿਹੜੇ ਲੈਵਲ ਦੇ ਉੱਤੇ ਜਿਹੜੀਆਂ ਸ਼ਹਾਦਤਾਂ ਦੇ ਜਾਮ ਉੱਥੇ ਸੰਗਤਾਂ ਨੇ ਪੀਤੇ ਆ, ਤੇ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਲਾ ਰਹੀ। ਉਹ ਇਕੱਠ ਜ਼ਿਆਦੇ ਨਾ, ਇੰਨੇ ਇਕੱਠਾਂ 'ਚ ਫਿਰ ਬੰਦੇ ਦੀ ਮੌਤ ਹੁੰਦੀ ਰਹਿੰਦੀ ਹੈ। ਕੋਈ ਅਟੈਕ ਹੋ ਗਿਆ, ਐਕਸੀਡੈਂਟ ਹੋ ਗਿਆ, ਜਾਂ ਬੰਦਾ ਬਿਮਾਰ ਹੋ ਗਿਆ, ਉਹ ਚੱਲਦਾ ਰਹਿੰਦਾ ਹੈ। ਜੀ ਜੀ ਜੀ। ਤੇ ਬਾਪੂ ਜੀ ਮੈਨੂੰ ਇੱਕ ਜਿਹੜੀ ਗੱਲ ਸੀਗੀ ਵੀ ਦੇਖੋ ਤੁਹਾਡੇ ਅੱਜ ਅੰਦੋਲਨ ਨੂੰ ਜਿਹੜਾ ਆਪਣਾ ਹੈਗਾ ਆ ਵੀ ਬਾਹਰ ਸਾਰੀ ਜਿਹੜੀ ਲੋਕ ਆ ਉਹ ਸਪੋਰਟ ਕਰ ਰਹੇ ਆ, ਚਾਹੇ ਉਹ ਅਮਰੀਕਾ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ ਨਾ, ਕਿਉਂਕਿ ਇੱਕ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਆ ਵੀ ਐਡਾ ਵੱਡਾ ਸੰਘਰਸ਼ ਚੱਲ ਰਿਹਾ ਨਾ। ਤੇ ਤੁਹਾਨੂੰ ਇਹ ਗੱਲ ਨਹੀਂ ਲੱਗਦੀ ਵੀ ਆਪਾਂ ਨੂੰ ਜਿਹੜੀਆਂ ਰੈਲੀਆਂ ਕਰਨੀਆਂ ਚਾਹੀਦੀਆਂ ਉਹ ਇਹ 400 ਬੰਦੇ ਲਈ ਕਰਨੀਆਂ ਚਾਹੀਦੀਆਂ? ਵੈਸੇ ਸਾਡਾ 400 ਬੰਦਾ ਸ਼ਹੀਦ ਹੋ ਗਿਆ ਤੇ ਆਪਾਂ ਉਹ ਬਲਦੇਵ ਮਾਨ ਨੂੰ ਸ਼ਹੀਦ ਬਣਾ ਕੇ ਕੱਲ ਤੁਸੀਂ ਉਹਦੇ ਕਸੀਦੇ ਜਿਹੜੇ ਪੜ੍ਹ ਰਹੇ ਸੀ, ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਸਿੱਖ ਤੁਹਾਡੇ ਨਾਲ ਟੁੱਟ ਜਾਣਗੇ? ਨਹੀਂ, ਮੈਂ ਹੋਰ ਗੱਲ ਤੇ ਥੋੜਾ ਜਿਹਾ ਪਹੁੰਚਿਆ ਹੋਇਆ ਜੀ। ਅਸਲੀ ਗੱਲ ਮੰਨੋ, ਅੱਜ ਤੋਂ ਲੈ ਕੇ ਨਹੀਂ, ਜਦੋਂ 1980 ਤੇ ਲਹਿਰ ਚੱਲੀ ਆਪਣੀ, ਜਾਂ ਜੇ ਕਦੇ 72 ਚੋਂ ਖਾੜਕੂ ਆਪਣਾ ਨਕਸਲ ਲਹਿਰ ਚੱਲੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਤੇ ਆ ਕੇ 80 ਚੱਲ ਪਈ ਆਪਣੀ ਦੂਜੀ ਚੱਲੀ ਜੀ, ਆਪਾਂ ਖਾਲਸਾ ਦੀ ਲਹਿਰ ਕਹਿ ਦਈਏ ਜੀ। ਨਹੀਂ, ਉਹ ਖਾਲਿਸਤਾਨੀ ਲਹਿਰ ਸੀ, ਪਰ ਉਹ ਖਾਲਿਸਤਾਨੀ ਲਹਿਰ ਵੀ ਪਹਿਲਾਂ ਆਪਣੀਆਂ ਘਰੇਲੂ ਮੰਗਾਂ ਦੀ ਲਹਿਰ ਸੀ ਨਾ। ਹਾਂ ਵੀ ਚਲ ਆਪਾਂ ਕਿਹੜੀ ਵੀ ਅੱਡ ਦੇਸ਼ ਬਣਾਉਣਾ, ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰ ਰਹੀ ਹਾਂ, ਇਹ ਜਿਹੜੀ ਅਸਲ ਰੌਲਾ ਕਿੱਥੇ ਆ, ਦੋਨੇ ਆਪ ਚ ਸਮਝ ਨਹੀਂ ਸਕੇ। ਕਾਮਰੇਡ ਐਜ ਏ ਸਿੱਖ ਵੀ ਸਿੱਖ ਕੀ ਚਾਹੁੰਦੇ ਨੇ, ਕਾਮਰੇਡ ਕੀ ਚਾਹੁੰਦੇ ਨੇ ਜੀ, ਇਹ ਆਪ ਚ ਸਮਝਣ ਦੀ ਬਜਾਏ ਆਪ ਚ ਇਹਨਾਂ ਨੇ ਆਪ ਦੀ ਲੜਾਈ ਵਿੱਢ ਲਈ। ਬਿਲਕੁਲ ਜੀ। ਮਤਲਬ ਮੇਰੇ ਇਲਾਕੇ ਦੇ ਵਿੱਚ ਰਿਹਾ, ਜਿੱਥੇ ਕਿਤੇ ਕੋਈ ਖਾੜਕੂਆਂ ਦਾ ਮੁਕਾਬਲਾ ਹੁੰਦਾ, ਮੈਂ ਵਿਰੋਧ ਕਰਦਾ ਸੀ ਪੂਰਾ ਜੱਜ ਕੇ ਜਾ ਕੇ। ਜਿਹੜੇ ਕਿਤੇ ਖਾੜਕੂਆਂ ਤੋਂ ਗਲਤ ਕੰਮ ਹੋ ਜਾਂਦਾ, ਗਲਤ ਬੰਦਾ ਮਾਰੇ, ਮੈਂ ਉੱਥੇ ਵੀ ਕਹਿੰਦਾ ਵੀ ਯਾਰ ਇਹ ਮਾੜੀ ਗੱਲ ਹੈ, ਇਹ ਨਾ ਕਰੋ। ਮਤਲਬ ਜਿਹੜੀ ਗੱਲ ਕਹਿੰਦੇ ਜੇ ਸਗੋਂ ਇਹ ਦੋਨੇ, ਮੈਂ ਜਮਾਤ ਤਾਂ ਨਾ ਕਹਾ, ਦੋਨਾਂ ਦੀ ਸੋਚ ਸਮਝ ਕਹਾ, ਜੇ ਇਹਦਾ ਤਾਲਮੇਲ ਬਹਿ ਜੇ, ਮਤਲਬ ਸਮਝਿਆ ਜਾਵੇ, ਕਾਮਰੇਡ ਸਿੱਖਾਂ ਨੂੰ ਸਮਝਣ ਵੀ ਕੀ ਚਾਹੁੰਦੇ ਨੇ, ਤੇ ਸਿੱਖ ਕਾਮਰੇਡਾਂ ਨੂੰ ਸਮਝਣ ਕੀ ਚਾਹੁੰਦੇ ਨੇ। ਠੀਕ ਹੈ ਜੀ। ਲੜਾਈ ਦੋਨਾਂ ਦੀ ਸਰਕਾਰ ਦੇ ਖਿਲਾਫ ਹੈ, ਲੜ ਪੈਂਦੇ ਨੇ ਆਪ। ਪਰ ਮੇਰਾ ਇੱਥੇ ਮੈਂ ਜਿਹੜੀ ਬੇਨਤੀ, ਹਾਂਜੀ ਹਾਂਜੀ ਸੁਣੋ, ਠੀਕ ਹੈ ਹਾਂ ਹਾਂ ਸੁਣਦਾ ਜੀ। ਸਾਡੇ ਇਸ ਧਰਨੇ ਦੇ ਵਿੱਚ ਜਿਹਦਾ ਮਰਜ਼ੀ ਦਿਨ ਮਨਾ ਲਿਆ, ਅਸੀਂ ਕਦੇ ਇਤਰਾਜ਼ ਨਹੀਂ ਕਰਿਆ। ਮੇਰੀ ਵਿਚਾਰ ਵੀ ਜੇ ਕਹਿ ਦਿਓ ਸਮਾਜਵਾਦ ਵਿਚਾਰ ਹੈ ਮੇਰੀ ਆਪਦੀ ਖੁਦ, ਮੈਂ ਸਮਾਜਵਾਦ ਨੂੰ ਠੀਕ ਸਮਝਦਾ ਜੀ। ਅਸੀਂ ਕਦੇ ਕਿਸੇ ਇਤਰਾਜ਼ ਨਹੀਂ ਕਰਿਆ, ਕੋਈ ਆਓ ਕਿਹਦਾ ਮਰਜ਼ੀ ਦਿਨ ਮਨਾਓ, ਸਾਨੂੰ ਸਾਡੀ ਜਿਹਦੇ ਤੇ ਕੋਈ ਅਸਰ ਨਹੀਂ। ਠੀਕ ਹੈ ਜੀ। ਹੋ ਸਕਦਾ ਹੈ ਮੈਂ ਬਲਦੇਵ ਮਾਨ ਬਾਰੇ ਢੰਗਾਈ ਬਾਰੇ ਨਹੀਂ ਜਾਣਦਾ, ਮੈਨੂੰ ਉਹਦੇ ਨਾਂ ਬੜਾ ਇਤਿਹਾਸ ਦਾ ਪਤਾ ਕੁਛ ਨਹੀਂ। ਮੈਨੂੰ ਤਾਂ ਬੇਟੀ ਮਿਲੀ ਇੱਥੇ 2-4 ਵਾਰ। ਬਿਲਕੁਲ ਸਾਡੀ ਵੀ ਧੀ ਆ। ਬਾਪੂ ਜੀ ਤੁਸੀਂ ਆਓ, ਮੈਂ ਆ ਜਾਵਾਂਗਾ ਬੇਟੇ, ਕੋਈ ਗੱਲ ਨਹੀਂ। ਠੀਕ ਹੈ ਜੀ। ਪਰ ਇੱਥੇ ਬਾਪੂ ਜੀ ਦੇਖੋ ਇੱਕ ਗੱਲ ਆ, ਮੇਰੇ ਲਈ ਬਾਬਾ ਜਰਨੈਲ ਸਿੰਘ ਸਾਹਿਬ ਸ਼ਹੀਦ ਆ, ਠੀਕ ਆ ਜੀ। ਹੁਣ ਮੈਂ ਕੱਲ ਨੂੰ ਕਹਾਂ ਮੈਂ ਉਹਦਾ ਦਿਨ ਰੱਖਣਾ, ਕੋਈ ਇੱਥੇ ਸੰਘਰਸ਼ ਦੇ ਵਿੱਚ ਉਹ ਹੈ ਜਿਹਦੇ ਲਈ ਬੀਬੀ ਇੰਦਰਾ ਵੀ ਸ਼ਹੀਦ ਆ, ਕੋਈ ਇੱਥੇ ਉਹ ਵੀ ਆਇਆ ਜਿਹਦੇ ਲਈ ਹੋ ਸਕਦਾ ਜਿਹੜਾ ਮੁਸਲਮਾਨ ਵੀਰ ਆ ਰਹੇ ਆ ਉਹ ਕਹਿ ਦੇਣ ਵੀ ਸਾਡਾ ਜਿਹੜਾ ਔਰੰਗਜ਼ੇਬ ਸੀ ਸਾਡੇ ਲਈ ਉਹ ਸ਼ਹੀਦ ਆ। ਆਪਾਂ ਇੱਥੇ ਇੱਕ ਨਾਰਾ ਦਿੱਤਾ ਸੀ ਵੀ ਸਾਡੇ ਲਈ ਧਰਮ ਦਾ ਨਹੀਂ, ਇਹ ਕਿਸਾਨੀ ਦਾ ਮੁੱਦਾ, ਆਪਾਂ ਇਹ ਕਹਿ ਕੇ ਤੁਰੇ ਸੀ। ਤੇਰੀ ਗੱਲ ਦਾ ਜਵਾਬ, ਜੇ ਤਾਂ ਬਲਦੇਵ ਮਾਨ ਦੀ ਵਰਸੀ ਮਨਾਈ ਆਪਾਂ ਇੱਥੇ, ਸੁਣੋ ਮੇਰੀ ਗੱਲ ਥੋੜੀ ਜੀ, ਵੀ ਆਪਣੇ ਇਸ ਮੋਰਚੇ 'ਚ ਮਨਾਈਏ, ਕਿਸੇ ਇਤਰਾਜ਼ ਹੋ ਸਕਦਾ ਹੈ। ਜਿਹੜੀ ਤਾਂ ਗੱਲ ਰੱਖਿਆ, ਮੈਨੂੰ ਗੱਲ ਵਧੀਆ, ਤੇਰੀ ਬਹੁਤ ਸਮਝਦਾਰ ਤੇ ਗਿਆਨ ਵਾਲੀ ਗੱਲ ਲੱਗੀ ਹੈ ਤੇਰੀ। ਹਾਂਜੀ। ਫਿਰ ਹੋ ਸਕਦਾ ਵੀ ਯਾਰ ਸਾਡਾ ਵਿਰੋਧੀ ਵੀ ਆ ਕੇ ਕਹੂ ਇੰਦਰਾ ਗਾਂਧੀ ਵਰਸੀ ਮਨਾਓ ਜੀ, ਕਹਿ ਸਕਦਾ। ਪਰ ਤੇਰੀ ਸੁਣਨ ਨੇ ਕਿਸਾਨ ਤਾਂ ਉਹਦੇ ਪੱਖੀ ਆਪਣੇ ਹੈਗੇ ਨੇ ਜੀ। ਹੁਣ ਜੇ ਕੋਈ ਬਾਹਰ ਮਨਾਉਂਦਾ ਹੈ, ਮਤਲਬ ਚਾਹੇ ਸੰਤ ਭਿੰਡਰਾਂ ਦੀ ਮਨਾ ਲੇ, ਚਾਹੇ ਕੋਈ ਕਰ ਲੇ, ਮੇਰਾ ਜੀ ਕਰੇ ਮੈਂ ਵੀ ਜਾ ਸਕਦਾ, ਜਿਹਦਾ ਜੀ ਕਰੇ ਜਾ ਸਕਦਾ, ਉਹਦੇ ਸਾਨੂੰ ਬੜਾ ਇਤਰਾਜ਼ ਨਹੀਂ ਕਰਨਾ ਚਾਹੀਦਾ। ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਤੁਹਾਨੂੰ ਇੱਕ ਮੇਰੀ ਹੁਣ ਬੇਨਤੀ ਸੁਣਿਓ। ਇੱਕ ਜਿਹੜਾ ਇਹ ਸਾਰਾ ਇਕੱਠ ਕੀਤਾ ਆ, ਉਸ ਬੀਬੀ ਨੇ, ਸਾਡੀ ਬੱਚੀ ਆ, ਉਹ ਭੈਣ ਆ, ਉਹ ਜਿਹੜਾ ਇਹ ਸਾਰਾ ਇਕੱਠ ਹੋਇਆ, ਇਹ ਹੋਇਆ ਕਿਸਾਨੀ ਦੇ ਝੰਡੇ ਥੱਲੇ, ਵੀ ਅਸੀਂ ਕਿਸਾਨੀ ਰੈਲੀ ਕਰ ਰਹੇ ਹਾਂ। ਨਾਲ ਦੀ ਨਾਲ ਇੱਕ ਲਿਖ ਦਿੱਤਾ ਵੀ ਬਲਦੇਵ ਮਾਨ ਨੂੰ ਜਿਹੜਾ ਸੀ ਉਹ ਸ਼ਹੀਦ ਲਿਖਦਾ, ਸਾਡੇ ਲਈ ਉਹ ਇੱਕ ਉਹ ਆ ਜਿਹੜਾ ਸਰਕਾਰ ਦਾ ਟੌਟ ਸੀ ਤੇ ਸਿੰਘਾਂ ਹੱਥੋਂ ਮਾਰਿਆ ਗਿਆ। ਇਹਦੇ ਲਈ ਉਹ ਇਹਦਾ ਪਿਓ ਆ, ਸਤਿਕਾਰਯੋਗ ਆ, ਉਹ 'ਚ ਸਾਨੂੰ ਕੋਈ ਦੋ ਰਾਏ ਨਹੀਂ ਗੀ।
ਇਹ ਬੀਬੀ ਉਹਦੇ ਪਿਓ ਦਾ ਦਿਨ ਮਨਾਵੇ, ਜਮ ਮਨਾਵੇ। ਕੱਲ ਤਾਂ ਰਾਜੇਆਣ ਨੇ ਉੱਥੇ ਜਿਹੜਾ ਹੈਗਾ ਦੂਜਾ ਕੀ ਰਜਿੰਦਰ ਸਿੰਘ ਜਿਹੜਾ ਦੀਪ ਬੁੱਧ ਸਿੰਘ ਵਾਲਾ ਆ, ਉਹਨੇ ਕਿਹਾ ਬਈ ਅੱਜ ਸਿੰਘਾਂ ਨੂੰ ਜਿਹਨਾਂ ਨੇ ਉਹਨੂੰ ਬਲਦੇਵ ਨੂੰ ਮਾਰਿਆ ਸੀ ਉਹਨਾਂ ਨੂੰ ਕੌਣ ਪੁੱਛਦਾ, ਤੇ ਅੱਜ ਬਲਦੇਵ ਮਾਨ ਦੀ ਜਿਹੜੀ ਦਿਨ ਮਨਾ ਰਹੇ ਆ ਉਹ ਤੇ ਮੇਲਾ ਲੱਗਾ ਹੋਇਆ। ਪਰ ਤੁਸੀਂ ਮੈਨੂੰ ਇੱਕ ਇਮਾਨਦਾਰੀ ਨਾਲ ਦੱਸਿਓ, ਉਹ ਮੇਲਾ ਜਿਹੜਾ ਕੱਲ ਲੱਗਾ ਸੀ ਉਹ ਬਲਦੇਵ ਮਾਨ ਨਹੀਂ ਲੱਗਾ ਸੀ ਜਾਂ ਕਿਸਾਨਾਂ ਲਈ ਲੱਗਾ ਸੀ? ਉਹ ਇਹ ਗੱਲ ਦਾ ਜਿਹੜੀ ਉਹਨੇ ਬੋਲੀ ਆ ਰਜਿੰਦਰ ਦੀ ਗੱਲ ਕਰੋ, ਜਵਾਬ ਦਿਓ ਜੀ, ਮੈਂ ਨਹੀਂ ਦਿੰਦਾ ਮੇਰੀ ਗੱਲ। ਨਹੀਂ ਪਰ ਮੈਨੂੰ ਇਹਨਾਂ ਦੀ ਤੁਸੀਂ ਇਮਾਨਦਾਰੀ ਇੰਨੀ ਤਾਂ ਆਪਾਂ ਰੱਖੀ ਹੈ ਨਾ ਵੀ ਉਹ ਜਿਹੜਾ ਇਕੱਠ ਸੀ ਉਹ ਬਲਦੇਵ ਮਾਨ ਲਈ ਸੀ ਜਾਂ ਕਿਸਾਨਾਂ ਲਈ ਸੀ? ਗੱਲ ਇਕੱਠ ਹੋਇਆ ਤਿੰਨ ਗੱਲਾਂ ਨਾਲ ਹੋਇਆ ਜੀ, ਸੁਣ ਲਿਓ। ਹਾਂਜੀ, ਤਿੰਨ ਗੱਲਾਂ ਨਾਲ ਕਿਵੇਂ ਹੋਇਆ? ਇੱਕ ਤਾਂ ਕੁੜੀ ਦਾ ਮਤਲਬ ਫਿਲਮਾਂ ਚ ਲਾ ਲਓ, ਉਹ ਕੋਈ ਗਾਉਣ ਵਾਲਾ ਕਰਕੇ ਲਾ ਲਓ, ਉਹਦਾ ਸੰਸਕਾਰ ਜਿਵੇਂ ਲੋਕਾਂ ਚ ਹੈਗਾ। ਇੱਕ ਉਹ ਜਿੱਦਾਂ ਦਾ ਆਪਣਾ ਮੋਰਚਾ ਚੱਲਦਾ ਆਪਣੇ ਨਾਲ ਜੁੜ ਕੇ, ਪਹਿਲੀ ਵਾਰ ਮੈਂ ਸਰਸੇ ਉਹਦੇ ਨਾਲ ਸਟੇਜ ਤੇ ਮੈਂ ਬੈਠਾ, ਉਹਦੇ ਅਜੇ ਆਪਾਂ ਇੱਥੇ ਆਏ ਨਹੀਂ ਜੀ। ਇੱਕ ਤਾਂ ਉਹਦੇ ਕਰਕੇ ਜੀ, ਇੱਕ ਜਥੇਬੰਦੀਆਂ ਕਰਕੇ ਜਿਹੜੀਆਂ ਮੰਨਦੀਆਂ ਵੀ ਯਾਰ ਆਪਾਂ ਨੂੰ ਮਨਾਉਣਾ ਚਾਹੀਦਾ ਹੈਗਾ ਜੀ। ਇੱਕ ਕੁਛ ਅਸਰ ਸਲੂਕ ਚਾਹੇ ਆਪਾਂ ਨੂੰ ਲੱਗਦਾ ਬੰਦਾ ਗਲਤ ਹੈ, ਨਹੀਂ ਮਹਾਰਾਜ ਲੱਗਦਾ ਨਹੀਂ ਬੰਦਾ। ਦੇਖੋ ਇਹ ਗੱਲ ਜਿਹੜੀ ਹੈ ਨਾ ਮਾੜਾ ਕਿਸੇ ਵਾਸਤੇ ਚੰਗਾ, ਇਹ ਗੱਲ ਜਿਹੜੀ ਹੈਗੀ ਨਾ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਤੁਸੀਂ ਸਾਡੇ ਸਿਆਣੇ ਹੋ, ਬਜ਼ੁਰਗ ਹੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਇਹ ਗੱਲ ਆ ਜਿਹੜੀ ਸਾਡੇ ਮੋਰਚੇ ਦੀ ਕੱਲ ਨੂੰ ਜੜ ਵੱਢੇਗੀ। ਹੁਣ ਤੁਸੀਂ ਮੈਨੂੰ ਇਹ ਦੱਸੋ, ਜਿਨ੍ਹਾਂ ਪਰਿਵਾਰਾਂ ਦੇ ਘਰ ਦੇ ਮਾਨ ਨੇ ਉਜਾੜੇ ਆ, ਉਹ ਪਰਿਵਾਰ ਤੁਹਾਡੇ ਨਾਲ ਕੱਲ ਨੂੰ ਐਜ਼ ਆ ਕਿਸਾਨ ਖੜ ਜਾਣਗੇ ਤੁਹਾਡੇ ਨਾਲ? ਮੈਂ ਕਹਿੰਦਾ ਜੀ ਆਪਾਂ ਫੋਨ ਤੇ ਮੈਨੂੰ ਤੁਸੀਂ ਇਹ ਦੱਸੋ ਵੀ ਮੈਂ ਕਿੰਨੇ ਪਰਿਵਾਰ ਜਿਹੜੇ, ਹਾਂਜੀ ਜੇ ਫੋਨ ਤੇ ਠੀਕ ਨਹੀਂ ਇਹਦੀ ਗੱਲ, ਕਦੇ ਆਪਾਂ ਬਹਿ ਜਾਈਏ, ਮੈਂ ਤਿਆਰ ਹਾਂ ਜੀ। ਨਹੀਂ ਮੈਂ ਤੁਹਾਡੇ ਨਾਲ ਜਿੱਥੇ ਵੀ ਏਦਾਂ ਕਰ ਲਓ, ਏਦਾਂ ਕਰ ਲੈਨੇ ਆਪਾਂ। ਤੁਸੀਂ ਮੈਂ ਤੁਹਾਨੂੰ ਪਤਾ ਗੱਲ ਕੀ ਆ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਨਹੀਂ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਭਾਈ ਸਾਹਿਬ ਜੀ ਦੇਖੋ ਕਹਿਣੀ ਚਾਹੁੰਦਾ ਹਾਂ ਨਾ, ਇੱਕ ਗੱਲ ਜਿਹੜੀ ਆ, ਮੈਂ ਬਿਲਕੁਲ ਤੁਹਾਡੇ ਨਾਲ ਬੈਠ ਕੇ, ਜੇ ਤੁਸੀਂ ਮੈਨੂੰ ਦਿੱਲੀ ਵੀ ਸੱਦੋਗੇ ਮੈਂ ਦਿੱਲੀ ਆਣ ਕੇ ਵਿਚਾਰ ਕਰਨ ਨੂੰ ਵੀ ਤਿਆਰ ਹਾਂ। ਸੋਨੀਆ ਮਾਨ ਵੀ ਬੈਠ ਜਾਵੇ, ਮੈਂ ਉਹ ਪਰਿਵਾਰ ਵੀ ਨਾਲ ਲੈ ਕੇ ਆਉਂਗਾ। ਮੇਰੀ ਬੇਨਤੀ ਸੁਣ ਲਓ, ਮੈਂ ਤੁਹਾਡੀ ਸਾਰੀ ਸੁਣੀ ਹੈ ਨਾ, ਤੁਸੀਂ ਹੁਣ ਮੇਰੀ ਇੱਕ ਸੁਣ ਲਓ। ਮੈਂ ਉਹ ਸਾਰੇ ਪਰਿਵਾਰ ਨਾਲ ਲੈ ਕੇ ਆਉਣ ਨੂੰ ਤਿਆਰ ਹਾਂ ਜਿਨ੍ਹਾਂ ਦੇ ਘਰ ਦੇ ਮਾਂ ਨੇ ਉਜਾੜੇ ਆ। ਪਰ ਮੈਂ ਫਿਰ ਵੀ ਤੁਹਾਨੂੰ ਇੱਕ ਬੇਨਤੀ ਕਰਦਾ ਆ, ਤੁਸੀਂ ਸਾਡੇ ਬਜ਼ੁਰਗ ਹੋ, ਜੇ ਮੇਰੀ ਗੱਲ ਠੀਕ ਲੱਗੀ ਤਾਂ ਮੰਨ ਲਈਓ, ਨਹੀਂ ਠੀਕ ਲੱਗੀ ਛੱਡ ਦਿਓ। ਆਪਾਂ ਪੰਜਾਬ ਆਪਣਾ ਘਰ ਆ, ਆਪਾਂ ਘਰ ਛੱਡ ਕੇ ਜਦੋਂ ਤੁਰੇ ਸੀ ਉਦੋਂ ਆਪਾਂ ਇਹ ਗੱਲ ਕਹੀ ਵੀ ਸਾਡੇ ਕੋਈ ਧਰਮ ਨਹੀਂ, ਸਾਡੀ ਕੋਈ ਜਾਤ ਨਹੀਂ, ਅਸੀਂ ਕੇਵਲ ਤੇ ਕੇਵਲ ਕਿਸਾਨ ਬਣ ਕੇ ਜਾ ਰਹੇ ਹਾਂ। ਠੀਕ ਹੈ ਜੀ, ਜੇ ਆਪਾਂ ਇਹ ਫੈਸਲੇ ਕਰਨੇ ਆ ਵੀ ਬਲਦੇਵ ਮਾਨ ਕੌਣ ਸੀ ਜਾਂ ਕੌਣ ਨਹੀਂ ਆ, ਆਪਾਂ ਘਰੇ ਆ ਜਾਓ, ਆਪਾਂ ਬਹਿ ਕੇ ਫੈਸਲਾ ਕਰ ਲਾਂਗੇ। ਪਰ ਜੇ ਤੁਸੀਂ ਅੱਜ ਦਿੱਲੀ ਜਾ ਕੇ ਤੇ ਇਹ ਕੰਮ ਕਰਦੇ ਹੋ ਵੀ ਉਹ 400 ਬੰਦੇ ਦੀ ਸ਼ਹਾਦਤ ਨੂੰ ਭੁਲਾ ਕੇ ਇੱਕ ਦੇਵ ਮਾਨ ਵਰਗੇ ਬੰਦੇ ਦੀਆਂ ਬਰਸੀਆਂ ਮਨਾਉਂਦੇ ਆ, ਤੇ ਫਿਰ ਇਹ ਗੱਲ ਜਿਹੜੀ ਆ ਤੁਹਾਡੇ ਲਈ ਵੀ ਉਹ ਠੀਕ ਨਹੀਂ ਹੈਗੀ ਆ। ਜੇ ਬਰਸੀਆਂ ਮਨਾਉਣੀਆਂ, ਸ਼ਹਾਦਤਾਂ ਮਨਾਉਣੀਆਂ, ਮੈਂ ਨਹੀਂ ਤੁਹਾਨੂੰ ਕਹਿੰਦਾ, ਇੱਕ ਮਿੰਟ ਮੇਰੀ ਪੂਰੀ ਸੁਣ ਤਾਂ ਲਓ, ਮੇਰੀ ਪੂਰੀ ਤਾਂ ਸੁਣ ਲਓ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਓਕੇ ਮਾਤਾ ਨਕਸਲਾਈਟ ਲਹਿਰ ਚੱਲੀ, 80 ਮੁੰਡਿਆਂ ਦੇ ਖਿਲਾੜੀਆਂ ਚ ਹੱਥ ਦਿੱਤੇ, ਝੂਠੇ ਮੁਕਾਬਲੇ ਬਣਾਏ। ਠੀਕ ਹੈ ਜੀ, ਮਾਤਲਾ ਹੁਣ ਜਿਹੜਾ ਸਿੱਖ ਕੋਈ ਬਾਦਲ ਕੰਨੇ ਖੜੂਆ ਉਹਨੂੰ ਪੱਕੀ ਕਹੀਏ? ਫਿਰ ਮੈਨੂੰ ਗੱਲ ਦੱਸੋ, ਮੈਨੂੰ ਇਹ ਦੱਸੋ ਵੀ ਬਾਦਲ ਦੀ ਗੱਲ ਜਿਹੜੀ, ਮੈਂ ਕਦੋਂ ਤੁਹਾਨੂੰ ਮਨਾ ਕੀਤਾ ਵੀ ਬਾਦਲ ਦਾ ਵਿਰੋਧ ਨਾ ਕਰੋ, ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਜਿਹੜੇ ਸ਼ਹਾਦਤਾਂ ਦੇ ਦਿਨ ਮਨਾਉਣੇ, ਮੈਂ ਤੁਹਾਨੂੰ ਇਹ ਨਹੀਂ ਗੱਲ ਕਹੀ। ਦੇਖੋ ਮੈਂ ਨਾ ਤੁਹਾਨੂੰ ਖਾੜਕੂਆਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ, ਨਾ ਤੁਹਾਨੂੰ ਮੈਂ ਕਾਮਰੇਡਾਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ, ਮੈਂ ਕਿਹਨਾਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ? ਜਿਹੜੇ 300 ਬੰਦੇ ਨੇ ਜਾਂ 400 ਬੰਦੇ ਨੇ ਇੱਥੇ ਤੁਹਾਡੇ ਕੋਲ ਬਹਿ ਕੇ ਸ਼ਹਾਦਤ ਵੀ ਦਿੱਤੀ, ਉਹਨਾਂ ਦੀ ਗੱਲ ਕਰ ਰਿਹਾ ਮੈਂ। ਉਹਦਾ ਅਸੀਂ ਕਹਿੰਦੇ ਵੀ ਸਾਡੇ ਨੇ ਹੋਸ਼ਿਆਤ ਹੋ ਜੋ ਬੈਠਾਂਗੇ ਤੁਸੀਂ ਮੈਨੂੰ ਦੱਸੋ, ਇੱਕ ਦੀ ਫੋਟੋ ਦੱਸੋ ਜਿਹੜੀ ਰੈਲੀ ਦੇ ਵਿੱਚ ਲੱਗੀ ਹੋਵੇ, ਕਿਸੇ ਇੱਕ ਦੀ ਫੋਟੋ ਲਾਈ ਤੁਸੀਂ ਬਲਦੇਵ ਮਾਨ ਦੀ। ਸੁਣੋ ਹਾਂਜੀ ਮਾਂ ਬਾਗ ਹੈ ਜੇ ਜਿਹਦੇ ਸ਼ਰਧਾ ਫੁੱਲ ਭੇਟ ਕਰੇ, ਫੋਟੋਆਂ ਬਣਾ ਕੇ ਕੀ ਹੁੰਦੇ ਆਪਾਂ ਕਹੀਏ ਨੂੰ ਇਸ਼ਤਿਹਾਰ ਕੇ ਬਣਾ ਕੇ ਪਾਈਆਂ ਹੋਈਆਂ ਸਾਰਿਆਂ ਦੀਆਂ। ਮੈਨੂੰ ਦੱਸ ਦਿਓ ਵੀ ਉਹ ਕਿੱਥੇ ਲੱਗੀ, ਮੈਂ ਆਪਾਂ ਉਹ ਅਸੀਂ ਆ ਜਾਂਦੇ, ਅਸੀਂ ਸਾਨੂੰ ਵੀ ਪਤਾ ਲੱਗ ਜੂ ਵੀ ਇੱਥੇ ਲੱਗੀ ਬਲਦੇਵ ਮਾਨ ਦੀ, ਤਾਂ ਸਾਰਿਆਂ ਨੇ ਦੇਖ ਲਈ। ਹਾਂ ਮੈਂ ਤੁਸੀਂ ਇੱਕ ਮੇਰੀ ਗੱਲ ਨਾਲ ਸਹਿਮਤ ਜੇ ਹੋ ਜਾਓ ਤਾਂ ਚੰਗੀ ਗੱਲ ਹੈ ਜੀ। ਜਿਹੜਾ ਤਾਂ ਚੱਲਦਾ ਮੋਰਚਾ, ਉੱਥੇ ਸਾਨੂੰ ਦਿਨ ਕਿਸੇ ਦਾ ਜਿਹੜਾ ਸਾਡਾ ਕੋਈ ਸਾਨੂੰ ਲੱਗਦਾ ਵੀ ਸਾਡੇ ਅੰਦੋਲਨ ਚ ਕੁਛ ਬੰਦੇ ਉਹ ਨੇ ਜਿਹੜੇ ਅੰਦੋਲਨ ਹਮਾਇਤ ਕਰਦੇ ਨੇ, ਪਰ ਉਹ ਬੰਦਾ ਉਹਨਾਂ ਦਾ ਵਿਰੋਧੀ ਹੈ, ਇੱਥੇ ਨਹੀਂ ਮਨਾਉਣਾ ਚਾਹੀਦਾ। ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਜੇ ਜਾ ਕੇ ਮੈਨੂੰ ਲੱਗਦਾ ਹੋਊਗਾ, ਮੈਂ ਉਹ ਬੇਟੀ ਨਾਲ ਲਾ ਲਓ, ਮੇਰੀ ਨੇੜਤਾ ਲਾ ਲਓ, ਜਿਵੇਂ ਆਪਦੀ ਕੁੜੀ ਹੁੰਦੀ ਆ ਉਹਦੇ ਕਰਕੇ ਲਾ ਲਓ, ਮੈਂ ਜਾ ਸਕਦਾ। ਮੇਰੇ ਵਿਚਾਰ ਵੀ ਸਮਾਜਵਾਦ, ਪਰ ਉਹ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਫਿਰ ਜਿਹੜੇ ਪੋਸਟਰ ਆ ਨਾ, ਕਿਸੇ ਨਾਲ ਘੱਟ ਨਹੀਂ ਗੁਜ਼ਾਰਦੀਆਂ ਹੁੰਦੀਆਂ, ਚਾਹੇ ਕੋਈ ਸੰਘਰਸ਼ ਲੜੇ। ਮੈਂ ਤਾਂ ਇੱਕ ਕਹਿਣਾ ਵੀ ਸਿੱਖ ਵਿਚਾਰਧਾਰਾ ਤੇ ਧਰਕ ਵਿਚਾਰਧਾਰਾ ਜੇ ਇੱਕ ਇਕੱਠੀਆਂ ਹੋ ਜਾਣ, ਇਹ ਮੇਰਾ ਖਿਆਲ ਹੈ ਖਾਸਾ ਕੁਝ ਜਿੱਤ ਸਕਦੇ। ਮੈਂ ਦੁਬਾਰਾ ਤੋਂ ਇੱਕ ਬੇਨਤੀ ਕਰਦਾ ਜੀ
ਕਿ ਜਿਹੜੇ ਦਿਨ ਮਨਾਉਣੇ ਨੇ ਸੋਨੀਆ ਮਾਨ ਜਾਂ ਤੁਸੀਂ ਵੀ ਜਿਹੜੇ ਹੈਗੇ ਕੱਲ ਨੂੰ ਕਿਸੇ ਦਾ ਦਿਨ ਮਨਾਉਣਾ ਜੰਮ ਮਨਾਓ, ਸਾਡਾ ਉਹਦਾ ਦਿਨਾਂ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਿਗਾ। ਪਰ ਜੇ ਕਿਸਾਨੀ ਜੇ ਇਕੱਠ ਇਹ ਕਹਿ ਕੇ ਕਰਨਾ, ਮੇਰੀ ਬੇਨਤੀ ਸੁਣਿਓ, ਇਕੱਠ ਇਹ ਕਹਿ ਕੇ ਕਰੋਗੇ ਵੀ ਅਸੀਂ ਕਿਸਾਨੀ ਇਕੱਠ ਕਰ ਰਹੇ ਹਾਂ ਤੇ ਉੱਥੇ ਸ਼ਹੀਦ ਕਿਸੇ ਹੋਰ ਨੂੰ ਬਣਾਓਗੇ ਤੇ ਫੇਰ ਸਾਡਾ ਕਿੰਤੂ ਜ਼ਰੂਰ ਹੋਏਗਾ। ਵੀ ਜੇ ਇਕੱਠ ਕਰਨਾ ਫਿਰ ਕੱਲੇ ਬਲਦੇਵ ਮਾਨ ਦੀ ਫੋਟੋ ਲਾ ਕੇ ਕਹਿੰਦੇ ਵੀ ਬਲਦੇਵ ਮਾਨ ਦੀ ਸ਼ਹੀਦੀ ਮਨਾਉਣੀ ਆ, ਸਾਡਾ ਕਿਸਾਨੀ ਇਕੱਠ ਨਹੀਂ ਹੈਗਾ। ਮੇਰੀ ਗੱਲ ਸੁਣੋ, ਹਾਂਜੀ, ਮੈਨੂੰ ਨਹੀਂ ਪਤਾ ਉਹ ਇਕੱਠ ਕਿਹੜੇ ਤਰੀਕੇ ਨਾਲ ਹੋਇਆ ਨਾ। ਰੂਦੂ ਸਿੰਘ ਉੱਥੇ ਗਿਆ, ਤੁਸੀਂ ਉੱਥੇ ਕੱਲ ਕਸੀਦੇ ਬਾਬਾ ਜੀ ਪੜ੍ਹੇ ਆ, ਬੇਟੀ ਨੇ ਕਿਵੇਂ ਇਕੱਠ ਕਰਿਆ? ਤੁਸੀਂ ਕੱਲ ਬਲਦੇਵ ਮਾਨ ਦੇ ਕਸੀਦੇ ਪੜ੍ਹੇ, ਪਰ ਤੁਸੀਂ ਕਹਿੰਦੇ ਮੈਂ ਉਹਦੇ ਬਾਰੇ ਜ਼ਿਆਦਾ ਜਾਣਦਾ ਵੀ ਨਹੀਂ, ਫਿਰ ਕਸੀਦੇ ਉਦਾਂ ਹੀ ਪੜ੍ਹ ਕੇ ਆ ਗਏ ਉੱਥੇ। ਹਾਂ, ਉਹਦੀ ਕਿਤਾਬ ਛਪੀ ਆ ਬਾਗੇ ਦੇ। ਕਿਹੜੀ ਕਿਤਾਬ ਆ ਜੀ? ਕਿਤਾਬ ਮੇਰੇ ਖਿਆਲ 9 ਦਾ ਨਹੀਂ ਮੇਰੇ ਹੁਣ ਯਾਦ। ਕੱਲ ਮੈਂ ਕਿਤਾਬ ਬਾਰੇ ਬੋਲਿਆ ਵੀ ਉੱਥੇ ਜੀ। ਕਿਤਾਬ ਇੱਕ ਉਹਦੇ ਬਾਰੇ ਜੇ ਆਖੋ ਤਾਂ ਸੁਣ ਭੇਜ ਵੀ ਮੈਨੂੰ ਹਾਂ ਜ਼ਰੂਰ। ਦੇਖੋ ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ ਵੀ ਜਿਹੜੀ ਬਲਦੇਵ ਮਾਨ ਦੇ ਉੱਤੇ ਵਿਚਾਰ ਆ ਜਦੋਂ ਮਰਜ਼ੀ ਕਰਨੀ ਹੋਵੇ ਅਸੀਂ ਤਿਆਰ ਆ। ਮੇਰਾ ਨੰਬਰ ਵੀ ਤੁਹਾਡੇ ਕੋਲ ਹੈਗਾ, ਜਿਹੜੇ ਵੀ ਬੰਦੇ ਲੱਗੇ ਉਹਦੀ ਧੀ ਕਹਿੰਦੀ ਵਿਚਾਰ ਕਰਨੀ ਉੱਥੇ ਤਿਆਰ ਆ। ਜੇ ਤਾਂ ਬੋਲਦੇ ਕਿਸੇ ਬਾਹਰਲੇ ਦੇਸ਼ ਚੋਂ ਤਾਂ ਮੁਸ਼ਕਲ ਆਉਣਾ ਅੱਜ ਕੱਲ। ਮੈਂ ਨਹੀਂ ਮਾਰੇ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ ਲੋਕਡਾਊਨ ਖੁੱਲਦਾ ਮੈਂ ਇੰਗਲੈਂਡ ਤੋਂ ਬੋਲ ਰਿਹਾ, ਮੈਂ ਪੰਜਾਬ ਨੂੰ ਤਿਆਰ ਹਾਂ। ਮੈਂ ਪਿੰਡਰਾਜ ਤੱਕ ਬਹਿਸ ਕਰਨ ਨੂੰ ਤਿਆਰ ਹਾਂ। ਮੈਂ ਵੀ ਤਿਆਰ ਹਾਂ ਜੀ, ਬਿਲਕੁਲ ਜਦੋਂ ਕਹੋ। ਪਿੰਡਰਾਜ ਦੇ ਮੁਕਾਬਲੇ ਤਾਂ ਕੋਈ ਬੰਦਾ ਆ ਨਹੀਂ ਸਕਦਾ। ਮੈਂ ਕਿਹਾ ਮਹਾਰਾਜ ਜੀ ਮੈਂ ਦੇਖੋ ਗੱਲ ਇਹ ਆ, ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਹਿਲੇ ਨੰਬਰ ਦੇ ਉੱਤੇ ਰੌਲਦੂ ਸਿੰਘ ਜੀ ਮੇਰੀ ਗੱਲ ਸੁਣੋ, ਮੇਰੀ ਹੁਣ ਸੁਣਨੀ ਪੈਣੀ ਹੈ ਨਾ, ਇੱਕ ਛੋਟੀ ਜਿਹੀ ਸੁਣਨੀ ਪੈਣੀ ਆ। ਪਹਿਲੇ ਨੰਬਰ ਤੇ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ, ਭਿੰਡਰਾਂ ਵਾਲਾ ਨੇਗਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ। ਮੈਂ ਕਹਿੰਦਾ ਬਾਬਾ ਭਿੰਡਰਾਂ, ਸੰਤ ਭਿੰਡਰਾਂ ਵਾਲਾ, ਜਰਨੈਲ ਭਿੰਡਰਾਂ, ਹਾਂਜੀ ਸਿੱਖ ਕੌਮ ਦਾ ਆਗੂ ਮੈਂ ਕਹਿੰਦਾ ਨਾ। ਹਾਂਜੀ, ਉਸ ਤੋਂ ਬਾਅਦ ਜਿਹੜੀ ਵਿਚਾਰ ਕਰਨੀ ਹੋਊਗੀ ਮੈਂ ਤਿਆਰ ਹਾਂ। ਤੁਸੀਂ ਮੇਰੀ ਇੱਕ ਗੱਲ ਸੁਣੋ, ਮੈਂ ਉਹਦੇ ਵੱਡੇ ਭਾਈ ਸਾਹਿਬ ਤੇ ਮੈਂ ਨਾਂ ਤਾਂ ਨਹੀਂ ਜਾਣਦਾ, ਅਸੀਂ ਸਟੇਜ ਤੇ ਇਕੱਠੇ ਹੋ ਗਏ, ਮੇਰਾ ਆਪਦਾ ਜੀ ਕਰਿਆ ਮੈਂ ਕਿਹਾ ਯਾਰ ਮਿਲਾਂ ਖੜੇ ਹੋ ਕੇ, ਇਹ ਪਰਿਵਾਰ ਸ਼ਹੀਦੀ ਪਰਿਵਾਰ ਹੈ, ਸ਼ਹੀਦੀ ਦਿੱਤੀ ਹੈ, ਲੜਾਈ ਕੋਈ ਵੀ ਹੋਵੇ। ਪਰ ਮੈਂ ਥੋੜਾ ਡਰ ਗਿਆ ਵੀ ਪ੍ਰੈਸ ਫਿਰਦੀ ਆ ਕਿਤੇ ਹੋਰ ਨਾ ਜਾਵੇ, ਪਰ ਅਸੀਂ ਇਕੱਠੇ ਫਿਰ ਵੀ ਹੋ ਗਏ, ਗੱਲਾਂ ਬਾਤਾਂ ਕਰੀਆਂ, ਉਹਨੇ ਮੇਰਾ ਹਾਲ ਚਾਲ ਪੁੱਛਿਆ, ਮੈਂ ਉਹਦਾ ਪੁੱਛਿਆ, ਹੋਈਆਂ ਇਕੱਠੇ। ਜੇ ਵਿਚਾਰ ਕਰਨੀ ਹੈ ਵੀ ਕਿਹੜਾ ਬੰਦਾ ਕਿੱਥੋਂ ਤੁਰਿਆ, ਕਿੱਥੋਂ ਤੁਰ ਕੇ ਕਿੱਥੇ ਆਇਆ, ਕਿਹਨੇ ਕੀ ਕਰਿਆ, ਉਹਨੂੰ ਲਿਆਂਦਾ ਕਿਹਨੇ, ਉੱਥੋਂ ਤੱਕ ਮੈਂ ਵਿਚਾਰ ਸਾਂਝੇ ਕਰਨ ਨੂੰ ਮੈਂ ਵੀ ਤਿਆਰ। ਉਹ ਗੱਲ ਦੇ ਮਹਾਰਾਜ, ਉਹਦੀ ਗੱਲ ਦੇ ਮੈਂ ਤੁਹਾਡਾ ਸਤਿਕਾਰ ਕਰਦਾ ਜੇ ਰੌਲਦੂ ਸਿੰਘ ਜੀ, ਤੁਸੀਂ ਤਿਆਰ ਹੋ ਤੇ ਅਸੀਂ ਵੀ ਤਿਆਰ ਹਾਂ। ਉਹਦੇ ਗੱਲ ਦੇ ਵਿੱਚ ਮੈਂ ਤੁਹਾਨੂੰ ਕਦੇ ਮਨਾ ਨਹੀਂ ਕਰਦਾ, ਤੁਸੀਂ ਸਾਡੇ ਬਜ਼ੁਰਗ ਹੋ। ਭਾਰਤ ਜੀ ਹੋ, ਫਿਰ ਤਾਂ ਆਪਾਂ ਕਰ ਲਾਂਗੇ। ਮੇਰੇ ਕੋਲ ਪੱਤਰਕਾਰ ਹੋਰ ਆ ਗਏ, ਨਹੀਂ ਜੀ ਤੁਸੀਂ ਉਹ ਕਰੋ, ਪਰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਅੱਜ ਤੋਂ ਮੈਂ ਤੁਹਾਨੂੰ ਲਾਸਟ ਵਿੱਚ ਵੀ ਇੱਕ ਗੱਲ ਕਵਾਂਗਾ, ਜੇ ਬਲਦੇਵ ਮਾਨ ਜਾਂ ਹੋਰ ਕਾਮਰੇਡਾਂ ਦੇ ਦਿਨ ਮਨਾਉਣੇ ਫਿਰ ਕਾਮਰੇਡਾਂ ਦੇ ਝੰਡੇ ਥੱਲੇ ਇਕੱਠ ਕਰੋ, ਕਿਸਾਨੀ ਝੰਡੇ ਥੱਲੇ ਇਕੱਠ ਕਰਕੇ ਉਹਨੂੰ ਕਾਮਰੇਡੀ ਇਕੱਠ ਨਾ ਬਣਾਓ, ਇਹ ਮੇਰੀ ਬੇਨਤੀ ਜ਼ਰੂਰ ਆ। ਫਿਰ ਨਹੀਂ ਖੜ ਜਾ, ਜੇ ਸਿੱਖਾਂ ਦੇ ਦਿਨ ਮਨਾਈਏ ਫਿਰ ਇਕੱਠ ਕਰੀਏ। ਮੈਂ ਕਿਹੜੇ ਸਿੱਖ ਦਾ ਤੁਹਾਨੂੰ ਕਿਹਾ ਦਿਨ ਮਨਾਉਣ ਨੂੰ? ਮੈਂ ਤੁਹਾਨੂੰ ਉਹ 370 ਬੰਦਿਆਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ। ਸਾਡੀ ਸਟੇਜ ਤੋਂ ਮਨਾਏ ਨੇ, ਮੈਂ ਤੁਹਾਨੂੰ ਕਿਹਨਾਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ? ਮੈਂ ਤੁਹਾਨੂੰ ਉਹਨਾਂ 370 ਬੰਦਿਆਂ ਦੇ ਦਿਨ ਮਨਾਉਣ ਨੂੰ ਕਹਿ ਰਿਹਾ। ਮੇਰੀ ਗੱਲ ਸੁਣੋ ਮਹਾਰਾਜ, ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ, ਮੈਂ ਕਹਿ ਰਿਹਾ ਜਿਹੜਾ ਦਿੱਲੀ ਸ਼ਹੀਦੀਆਂ ਹੋਈਆਂ ਉਹ ਸਿੱਖਾਂ ਦੀਆਂ ਵੀ ਹੋਈਆਂ, ਕਾਮਰੇਡਾਂ ਦੀਆਂ ਵੀ ਹੋਈਆਂ, ਉਹ ਹਿੰਦੂਆਂ ਦੀ ਵੀ ਹੋਈਆਂ, ਮੁਸਲਮਾਨਾਂ ਦੀ ਵੀ ਹੋਈਆਂ, ਉਹਨਾਂ ਦੇ ਦਿਨ ਮਨਾਓ ਜਿਹਨਾਂ ਦੇ ਦਿੱਲੀ ਸ਼ਹਾਦਤ ਹੋਈ ਆ, ਨਾ ਕਿ ਬਲਦੇਵ ਮਾਨ ਵਰਗੇ ਜਿਹੜੇ ਗੱਦਾਰ ਬੰਦੇ ਤੁਸੀਂ ਉਹਨਾਂ ਦੇ ਦਿਨ ਮਨਾਉਣ ਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।